ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋਂ। ਸਗਲ ਤਾਂ ਜੀਨ ਗਗਨ ਦੌਰਾਵੋਂ। ਆਪਣੇ ਵਿਚਾਰ ਅਸਵਾਰੀ ਕੀਜੈ। ਸਹਿਜ ਕੈ ਪਾਵੜੈ ਪਗ ਧਰ ਲੀਜੈ। ਰਹਾ ਚੱਲ ਰੇ ਬੈਕੁੰਠ ਤੁਝੈ ਲੈ ਤਾਰੋਂ। ਹਿਚੈ ਤਾਂ ਪ੍ਰੇਮ ਕੈ ਚਾਬੁਕ ਮਾਰੋਂ। ਕਹਿਤ ਕਬੀਰ ਭਲੇ ਅਸਵਾਰਾ। ਵੇਦ ਕਤੇਬ ਤੇ ਰਹੈ ਨਿਰਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਨਾਲ ਸਰਵਣ ਕੀਤੇ ਹਨ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਦੇ ਵਿੱਚ ਸਾਂਝਿਆਂ ਕਰਨ ਦਾ ਯਤਨ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਦਾਸ ਪਾਸੋਂ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 329 ਉੱਪਰ ਗੌੜੀ ਰਾਗ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਕੋਈ ਵੀ ਉਪਦੇਸ਼ ਸਾਡੇ ਤੱਕ ਪਹੁੰਚਾਉਣ ਵਾਸਤੇ ਗੁਰੂ ਸਾਹਿਬਾਨ ਨੇ, ਬਾਣੀ ਰਚਣ ਵਾਲੇ ਮਹਾਂਪੁਰਖਾਂ ਨੇ ਕੁਝ ਪ੍ਰਤੀਕ ਵਰਤੇ ਹਨ ਤਾਂ ਕਿ ਗੱਲ ਸੁਖੱਲੇ ਢੰਗ ਨਾਲ ਸਾਡੀ ਸਮਝ ਵਿੱਚ ਪੈ ਸਕੇ। ਕੋਈ ਪ੍ਰਤੀਕ ਵਰਤ ਕੇ, ਕੋਈ ਉਦਾਹਰਣ ਵਰਤ ਕੇ, ਕੋਈ ਬਿੰਬ ਵਰਤ ਕੇ ਅਲੰਕਾਰਕ ਤਰੀਕੇ ਦੇ ਨਾਲ ਆਪਣੇ ਉਪਦੇਸ਼ ਨੂੰ ਕਾਵਿ ਰੂਪ ਵਿੱਚ ਕਲਮਬੰਦ ਕਰਨਾ ਬਹੁਤ ਉੱਚੀ ਕਲਾ ਔਰ ਬੜੀ ਵੱਡੀ ਆਭਾ ਦੀ ਨਿਸ਼ਾਨੀ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਮਹਾਰਾਜ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ। ਜਿਵੇਂ ਕੋਈ ਵਿਅਕਤੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਣ ਵਾਸਤੇ ਪੁਰਾਣੇ ਸਮੇਂ ਵਿੱਚ ਮੰਨ ਲਓ ਘੋੜੇ ਦੀ ਸਵਾਰੀ ਕਰਦਾ ਹੈ, ਕਿਉਂਕਿ ਸਮੇਂ ਮੁਤਾਬਕ ਸਾਧਨ ਬਦਲ ਜਾਂਦੇ ਹਨ। ਉਹਨਾਂ ਸਮਿਆਂ ਦੇ ਵਿੱਚ ਤੇਜ਼ ਤਰਾਰ ਸਵਾਰੀ ਸਾਰੀਆਂ ਚੀਜ਼ਾਂ ਨਾਲੋਂ, ਵੈਸੇ ਲੋਕ ਗਧਿਆਂ ਖੱਚਰਾਂ ਦੇ ਉੱਤੇ ਵੀ ਸਫ਼ਰ ਕਰਦੇ ਸਨ, ਪੈਦਲ ਵੀ ਸਫ਼ਰ ਕਰਦੇ ਸਨ, ਊਠਾਂ ਗੱਡਿਆਂ ਦੇ ਉੱਤੇ ਵੀ ਸਫ਼ਰ ਕਰਦੇ ਸਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਧਨ ਸਨ। ਹਾਥੀ ਤੇ ਸਵਾਰੀ ਕਰਨੀ, ਰੱਥ ਬੈਲੀ ਤੇ ਸਵਾਰੀ ਕਰਨੀ,
ਪਰ ਸਭ ਤੋਂ ਤੇਜ਼ ਤਰਾਰ ਚੱਲਣ ਵਾਲਾ ਜਿਹੜਾ ਪਸ਼ੂ ਹੈ ਉਹ ਘੋੜਾ ਸੀ, ਜਿਹੜਾ ਇਹਨਾਂ ਸਾਰਿਆਂ ਦੇ ਨਾਲੋਂ ਬੜੀ ਤੇਜ਼ੀ ਦੇ ਨਾਲ ਸਫ਼ਰ ਤੈਅ ਕਰਦਾ ਸੀ। ਤੋ ਉਸ ਦੀ ਸਵਾਰੀ ਕਰਨੀ ਤਾਂ ਕਿ ਪੈਂਡਾ ਛੇਤੀ ਮੁੱਕ ਜਾਏ ਤੇ ਦੂਰ ਦਰਾਜ ਤੱਕ ਦਾ ਪੈਂਡਾ ਤੈਅ ਕੀਤਾ ਜਾ ਸਕੇ। ਭਗਤ ਜੀ ਨੇ ਉਸ ਪ੍ਰਤੀਕ ਨੂੰ ਆਪਣੇ ਇਸ ਸ਼ਬਦ ਦਾ ਆਧਾਰ ਬਣਾਇਆ ਹੈ। ਕਹਿੰਦੇ ਨੇ ਜਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਦੀ ਦੇ ਮਨੁੱਖ ਨੇ ਸਫ਼ਰ ਕਰਨਾ ਹੋਵੇ ਤੇ ਮੰਨ ਲਓ ਉਸ ਕੋਲ ਘੋੜਾ ਹੋਵੇ, ਉਸ ਉੱਤੇ ਉਹ ਸਵਾਰ ਹੋ ਕੇ ਬੜੀ ਛੇਤੀ ਆਪਣਾ ਪੰਧ ਮੁਕਾ ਲੈਂਦਾ ਹੈ। ਕਹਿੰਦੇ ਨੇ ਜੇ ਮਨੁੱਖ ਨੇ ਔਗਣ ਤੋਂ ਗੁਣ ਤੱਕ ਦਾ ਸਫ਼ਰ ਕਰਨਾ ਹੋਵੇ, ਪਦਾਰਥ ਤੋਂ ਪਰਮਾਰਥ ਤੱਕ ਦਾ ਸਫ਼ਰ ਕਰਨਾ ਹੋਵੇ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੀ ਪ੍ਰਾਪਤੀ ਤੱਕ ਦਾ ਸਫ਼ਰ ਕਰਨਾ ਹੋਵੇ, ਜੇ ਮਨੁੱਖ ਨੇ ਬਦੀ ਤੋਂ ਚੰਗਿਆਈ ਤੱਕ ਦਾ ਸਫ਼ਰ ਕਰਨਾ ਹੋਵੇ, ਤਾਂ ਉਹਨੂੰ ਕਿਹੜਾ ਸਾਧਨ ਹੈ ਜਿਹੜਾ ਉਹ ਵਰਤੇ ਤੇ ਮਨੁੱਖ ਦਾ ਇਹ ਗੈਪ ਮਿਟ ਜਾਏ, ਇਹ ਪੰਧ ਮੁੱਕ ਜਾਏ ਤੇ ਮਨੁੱਖ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚ ਜਾਏ। ਚੇਤੇ ਵਿੱਚ ਰੱਖੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਜਿਹੜਾ ਰੁਤਬਾ ਦੱਸਿਆ ਜਿੱਥੋਂ ਤੱਕ ਅਸੀਂ ਪਹੁੰਚਣਾ ਹੈ ਉਹ ਹੈ ਪਰਮੇਸ਼ਰ ਵਾਹਿਗੁਰੂ ਚ ਭੇਦ ਹੋਣਾ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾੜ। ਸਚਿਆਰ ਦਾ ਅਰਥ ਹੈ ਇਸ ਯੋਗ ਹੋਣਾ ਕਿ ਪੂਰਨ ਸੱਚ ਪਰਮੇਸ਼ਰ ਦੇ ਅਹਿਸਾਸ, ਉਹਦੀ ਹੋਂਦ ਦਾ ਅਹਿਸਾਸ ਸਾਡੇ ਅੰਦਰ ਪ੍ਰਗਟ ਹੋ ਜਾਏ, ਵਸ ਜਾਏ। ਉਸ ਨੂੰ ਮਹਾਰਾਜ ਨੇ ਕਿਹਾ ਹੈ ਕਿਵ ਸਚਿਆਰਾ ਹੋਈਐ। ਹੁਣ ਇੱਥੋਂ ਤੱਕ ਦਾ ਸਫ਼ਰ ਕਰਨ ਵਾਸਤੇ ਮਨੁੱਖ ਨੂੰ ਕੀ ਕਰਨਾ ਪਏਗਾ? ਅਸੀਂ ਤੇ ਸਾਰੇ ਮਾਇਆ ਦੇ ਹਨੇਰੇ ਮੋਹ ਵਿੱਚ ਗਰਕੇ ਹੋਏ ਹਾਂ, ਅਗਿਆਨਤਾ ਵਿੱਚ ਡਿੱਗੇ ਹੋਏ ਹਾਂ, ਵਿਸ਼ੇ ਵਿਕਾਰਾਂ ਦੇ ਚਸਕੇ ਮਾਣਦੇ ਹਾਂ, ਔਗਣਾਂ ਨਾਲ ਭਰਪੂਰ ਅਸੀਂ ਆਪਣਾ ਜੀਵਨ ਢਾਂਚਾ ਬਣਾਇਆ ਹੋਇਆ ਹੈ। ਅਸੀਂ ਪਦਾਰਥ ਦੇ ਚਸਕਿਆਂ ਤੱਕ ਸੀਮਤ ਹਾਂ। ਇਸ ਤੋਂ ਬਾਹਰ ਦੀ ਸਾਨੂੰ ਜ਼ਿੰਦਗੀ ਦਾ ਕੋਈ ਇਲਮ ਤੇ ਗਿਆਨ ਨਹੀਂ। ਤੇ ਜਿਹੜਾ ਹਜ਼ੂਰ ਨੇ ਉੱਚੇ ਜੀਵਨ ਦਾ ਰੁਤਬਾ ਬਖਸ਼ਿਸ਼ ਕੀਤਾ ਹੈ, ਦੱਸਿਆ ਹੈ, ਜਿੱਥੋਂ ਤੱਕ ਪਹੁੰਚਣ ਦੀ ਪ੍ਰੇਰਨਾ ਕੀਤੀ ਹੈ, ਉਹ ਸਾਡੀ ਪਹੁੰਚ ਤੋਂ ਬੜਾ ਦੂਰ ਸਾਨੂੰ ਨਜ਼ਰ ਆਉਂਦਾ। ਸਫ਼ਰ ਬੜਾ ਡਾਢਾ ਹੈ, ਬੜਾ ਔਖਿਆਈ ਭਰਿਆ ਹੈ ਤੇ ਬੜਾ ਦੂਰ ਦਾ ਹੈ। ਇਹ ਵਿਚਲਾ ਗੈਪ, ਇਹ ਪੰਧ ਜਿਹੜਾ ਹੈ ਕਿਵੇਂ ਮਨੁੱਖ ਮੁਕਾਏ, ਇਹ ਸਫ਼ਰ ਕਿਵੇਂ ਕਰੇ, ਭਗਤ ਜੀ ਨੇ ਇਸ ਸ਼ਬਦ ਵਿੱਚ ਉਹਦੀ ਜੁਗਤ ਬਿਆਨ ਕੀਤੀ। ਉਹ ਕਹਿੰਦੇ ਨੇ ਆਪਣੇ ਵਿਚਾਰ ਅਸਵਾਰੀ ਕੀਜੈ। ਕਹਿੰਦੇ ਨੇ ਆਪਣੇ ਨਿਜ ਸਰੂਪ ਦੀ ਪਹਿਚਾਣ ਕਰਨਾ, ਮੈਂ ਕੌਣ ਹਾਂ, ਮੇਰਾ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ। ਕਹਿੰਦੇ ਨੇ ਇਸ ਨੁਕਤੇ ਦੀ ਵਿਚਾਰ ਕਰਨਾ ਕਿ ਮੈਂ ਕੌਣ ਹਾਂ, ਮੇਰਾ ਵਜੂਦ ਕੀ ਹੈ, ਮੇਰੀ ਪਾਇਆ ਕੀ ਹੈ। ਇਸ ਖਿਆਲ ਦੀ ਵਿਚਾਰ ਦੇ ਵਿੱਚ ਪੈਣਾ, ਆਪਣੇ ਆਪ ਨੂੰ ਪਛਾਣਨਾ, ਆਪਣੇ ਆਪ ਨੂੰ ਜਾਣਨਾ ਹੀ ਉਹ ਸਾਧਨ ਹੈ ਜਿਸ ਰਾਹੀਂ ਤੁਹਾਡਾ ਇਹ ਗੈਪ, ਇਹ ਫਰਕ ਮਿਟ ਸਕਦਾ ਹੈ, ਪੰਧ ਦੂਰ ਹੋ ਸਕਦਾ ਹੈ, ਇਹ ਪੰਧ ਮੁੱਕ ਸਕਦਾ ਹੈ ਤੇ ਮੰਜ਼ਿਲ ਤੱਕ ਤੁਸੀਂ ਪਹੁੰਚ ਸਕਦੇ। ਫਿਰ ਇਸ ਨੁਕਤੇ ਨੂੰ ਸਮਝੀਏ, ਕਿਉਂਕਿ ਕਿਸੇ ਵੀ ਗੱਲ ਨੂੰ ਸਮਝਣ ਲਈ ਸਾਨੂੰ ਇਕਾਗਰਤਾ ਰੱਖਣੀ ਬੜੀ ਜ਼ਰੂਰੀ ਹੈ। ਇਹ ਮੈਂ ਪਹਿਲਾਂ ਹਰ ਰੋਜ਼ ਬੇਨਤੀ ਕਰਦਾ। ਇਸ ਵਾਸਤੇ ਆਪਾਂ ਜਦੋਂ ਵੀ ਕੋਈ ਸ਼ਬਦ ਪੜ੍ਹਦੇ, ਸੁਣਦੇ, ਵਿਚਾਰਦੇ ਹਾਂ ਤਾਂ ਉਸ ਵੱਲ ਇਕਾਗਰਤਾ ਰੱਖਣ ਦੀ ਕੋਸ਼ਿਸ਼ ਕਰਿਆ ਕਰੀਏ। ਸਤਿਗੁਰੂ ਨੇ ਕੀ ਆਖਿਆ ਸ਼ਬਦ ਵਿੱਚ? ਆਪਣੇ ਵਿਚਾਰ, ਆਪਣੇ ਆਪ ਦੀ ਵਿਚਾਰ, ਆਪਣੇ ਆਪ ਨੂੰ ਪਛਾਣਨਾ, ਜਿਸ ਨੂੰ ਮਹਾਰਾਜ ਨੇ ਕਿਹਾ ਨਾ ਬਾਣੀ, ਜਨ ਨਾਨਕ ਬਿਨ ਆਪਾ ਚੀਨੈ। ਆਪਣੇ ਆਪ ਨੂੰ ਪਛਾਣੇ ਬਿਨਾ, ਆਪਣੇ ਆਪ ਨੂੰ ਜਾਣੇ ਬਿਨਾ ਆਪੇ ਨੂੰ ਜਾਣਨਾ ਕੀ ਹੈ, ਆਪਣੇ ਆਪ ਦੀ ਵਿਚਾਰ ਕਰਨਾ ਕੀ ਹੈ। ਕਿ ਇਹ ਵੀ ਕੋਈ ਟੌਪਿਕ ਹੈ ਦੁਨੀਆ ਵਿੱਚ ਜਿਹਨੂੰ ਜਾਣਿਆ ਜਾਏ। ਅਸੀਂ ਹੋਰ ਚੀਜ਼ਾਂ ਬਾਰੇ ਜਾਣਦੇ ਹਾਂ, ਕੋਈ ਪਦਾਰਥ ਖਰੀਦੀਏ ਉਹਨੂੰ ਵਰਤਣ ਦਾ ਢੰਗ ਜਾਣਦੇ ਹਾਂ, ਕੋਈ ਮਸ਼ੀਨ ਖਰੀਦੀਏ ਤਾਂ ਉਸ ਦਾ ਮੈਨੂਅਲੀ ਉਸ ਦੀ ਜੋ ਮੂਵਮੈਂਟ ਹੈ ਜਾਂ ਜਿਸ ਤਰ੍ਹਾਂ ਉਹ ਆਪਰੇਟ ਕਰਦੀ ਹੈ, ਜਿਸ ਤਰ੍ਹਾਂ ਉਹ ਵਰਕ ਕਰਦੀ ਹੈ, ਉਹਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਕੀ ਹੈ, ਕਿਵੇਂ ਚੱਲਦੀ ਹੈ, ਕੀ ਵਰਕ ਕਰੇਗੀ। ਹਰ ਚੀਜ਼ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ। ਨਵਾਂ ਮੋਬਾਈਲ ਤੁਸੀਂ ਖਰੀਦਦੇ ਹੋ ਤਾਂ ਉਹਦੇ ਬਾਰੇ ਆਪਾਂ ਜਾਣਦੇ ਹਾਂ ਵੀ ਇਹਦੇ 'ਚ ਫੰਕਸ਼ਨ ਕੀ ਨੇ,
ਕਿਵੇਂ ਵਰਕ ਕਰੇਗਾ। ਹਰ ਚੀਜ਼ ਨੂੰ ਆਪਾਂ ਜਾਣਨ ਦੀ, ਕੋਈ ਵਿਅਕਤੀ ਸਾਨੂੰ ਮਿਲਦਾ ਤੇ ਅਸੀਂ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ, ਕੌਣ ਹੈ, ਕਿੱਥੇ ਰਹਿੰਦਾ ਹੈ, ਕੀ ਕੰਮ ਕਰਦਾ ਹੈ। ਸਾਡੇ ਅੰਦਰ ਹਰ ਚੀਜ਼ ਨੂੰ ਜਾਣਨ ਦੀ ਉਤਸੁਕਤਾ ਹੈ ਔਰ ਅਸੀਂ ਲੋੜ ਮੁਤਾਬਕ ਹਰ ਉਹ ਚੀਜ਼, ਜਿਹੜੀ ਚੀਜ਼ ਦਾ ਸਾਡੀ ਲਾਈਫ ਵਿੱਚ, ਸਾਡੀ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਵੀ ਕੋਈ ਰੋਲ ਹੁੰਦਾ ਹੈ, ਕੋਈ ਜਗ੍ਹਾ ਹੁੰਦੀ ਹੈ, ਕੋਈ ਮਹੱਤਵ ਹੁੰਦਾ ਹੈ, ਉਸ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ। ਮਨੁੱਖ ਨੇ ਹੁਣ ਤੱਕ ਇਸ ਉਤਸੁਕਤਾ ਦੇ ਨਾਲ ਹੀ ਇੰਨੀ ਤਰੱਕੀ, ਪਦਾਰਥਕ ਤਰੱਕੀ ਕੀਤੀ। ਸਮੁੰਦਰਾਂ ਦੀਆਂ ਗਹਿਰਾਈਆਂ ਤੋਂ ਲੈ ਕੇ ਅਸਮਾਨ ਦੀਆਂ ਉਚਾਈਆਂ ਤੱਕ ਕਿੱਥੇ ਕਿੰਨੀ ਕਿਸਮ ਦੇ ਜੀਵ ਜੰਤੂ ਰਹਿੰਦੇ ਨੇ, ਕਿਹੜੀ ਚੀਜ਼ ਦਾ ਕਿਹੋ ਜਿਹਾ ਸੁਭਾਅ ਤੇ ਕਿਹੋ ਜਿਹਾ ਗੁਣ ਔਗਣ ਹੈ, ਕਿਹੜੀ ਚੀਜ਼ ਕਿਵੇਂ ਕੰਮ ਕਰਦੀ ਹੈ ਕੁਦਰਤ ਵਿੱਚ, ਅਸੀਂ ਜਾਣਨ ਲਈ ਲਗਾਤਾਰ ਹੀ ਮਨੁੱਖ ਜਾਤੀ ਯਤਨ ਕਰਦੀ ਆ ਰਹੀ ਹੈ ਵੱਖ-ਵੱਖ ਫੀਲਡ ਵਿੱਚ। ਪਰ ਗੁਰੂ ਸਾਹਿਬ ਨੇ ਇੱਥੇ ਆਖਿਆ ਵੀ ਸਾਰੇ ਮਸਲੇ ਉਦੋਂ ਹੱਲ ਹੋਣਗੇ, ਜੀਵਨ ਦੀ ਖੁਸ਼ੀ ਦਾ, ਜੀਵਨ ਦੇ ਸਹਿਜ ਦਾ, ਜੀਵਨ ਦੇ ਆਨੰਦ ਦਾ ਇਹ ਜਿਹੜਾ ਮਸਲਾ ਉਦੋਂ ਹੱਲ ਹੋਏਗਾ ਜਦੋਂ ਤੂੰ ਖੁਦ ਨੂੰ ਜਾਣੇਗਾ, ਜਦੋਂ ਤੂੰ ਆਪਣੇ ਆਪ ਨੂੰ ਪਛਾਣੇਗਾ। ਇੱਕ ਉਦਾਹਰਣ ਦਿੰਦਾ ਹਾਂ, ਸਾਡੇ ਫਾਇਦੇ ਲਈ ਕੋਈ ਸਾਨੂੰ ਮਸ਼ੀਨ ਬਣਾ ਕੇ ਦੇ ਕਿਸੇ ਵੀ ਕੰਮ ਦੀ, ਉਹ ਸਾਨੂੰ ਬਣਾ ਕੇ ਦੇ ਦੇ ਪਰ ਸਾਨੂੰ ਦੱਸੇ ਨਾ ਵੀ ਇਹ ਕੰਮ ਕਿਵੇਂ ਕਰਦੀ ਹੈ ਤੇ ਫਾਇਦਾ ਕੀ ਦਿੰਦੀ ਹੈ। ਹੁਣ ਸਾਡੇ ਵਾਸਤੇ ਤਾਂ ਉਹ ਇੱਕ ਸਾਂਭਣ ਦੀ ਇੱਕ ਬੋਝ ਭਰੀ ਚੀਜ਼ ਹੀ ਹੋਏਗੀ ਨਾ ਸਾਨੂੰ ਉਹ ਚਲਾਉਣੀ ਆਵੇ, ਨਾ ਸਾਨੂੰ ਇਹ ਪਤਾ ਵੀ ਵਰਤੋਂ ਕਾਹਦੇ 'ਚ ਹੁੰਦੀ ਹੈ, ਨਾ ਸਾਨੂੰ ਇਹ ਪਤਾ ਵੀ ਇਹਨੂੰ ਆਪਰੇਟ ਕਿਵੇਂ ਕਰੀਏ। ਹੁਣ ਉਹਦੇ ਪ੍ਰਤੀ ਜਿਹੜੀ ਸਾਡੀ ਅਗਿਆਨਤਾ ਹੈ ਉਹ ਕਿੰਨਾ ਬੋਝ ਸਾਡੇ ਮਨ ਦੇ ਉੱਤੇ ਲੱਦ ਦਿੰਦੀ। ਅਸੀਂ ਉਹਨੂੰ ਸਾਂਭਦੇ ਤਾਂ ਰਹਿੰਦੇ ਹਾਂ ਪਰ ਉਹਦੇ ਤੋਂ ਲਾਭ ਕੋਈ ਨਹੀਂ ਹੁੰਦਾ ਸਾਨੂੰ। ਇਸੇ ਤਰ੍ਹਾਂ ਹੀ ਸਾਡਾ ਆਪਣਾ ਵਜੂਦ ਹੈ, ਅਸੀਂ ਆਪਣੇ ਵਜੂਦ ਨੂੰ ਪਿਆਰ ਵੀ ਕਰਦੇ ਹਾਂ ਤੇ ਆਪਣੇ ਸਰੀਰ ਨੂੰ ਸਾਂਭਦੇ ਵੀ ਹਾਂ ਜਿੰਨੀ ਕੁ ਸਾਡੀ ਮਤਬੁੱਧ ਸਮਰੱਥਾ ਹੁੰਦੀ ਹੈ। ਪਰ ਐਸਾ ਨਹੀਂ ਲੱਗਦਾ ਕਈ ਵਾਰ ਵੀ ਸਾਡੇ ਅੰਦਰ ਦੀਆਂ ਕਮੀਆਂ ਕਰਕੇ ਅਸੀਂ ਦੁੱਖ, ਤਕਲੀਫ, ਖਿਝ, ਹੰਕਾਰ, ਇਹ ਸਾਰੀਆਂ ਚੀਜ਼ਾਂ ਦਾ ਭਾਰ ਵੀ ਆਪਣੇ ਸਿਰ ਚੁੱਕਦੇ ਹਾਂ। ਮੈਂ ਦੁਖੀ ਹਾਂ, ਮੈਂ ਖਿਜਿਆ ਹੋਇਆ ਹਾਂ, ਮੈਂ ਕ੍ਰੋਧੀ ਹਾਂ, ਮੈਂ ਹੰਕਾਰੀ ਹਾਂ, ਮੈਂ ਪਰੇਸ਼ਾਨ ਹਾਂ, ਮੈਂ ਨਿਰਾਸ਼ ਹਾਂ। ਇਹ ਰੋਗ ਕਿੱਥੇ ਪੈਦਾ ਹੁੰਦੇ? ਸਾਡੇ ਅੰਦਰ, ਸਾਡੇ ਆਪਣੇ ਅੰਦਰ ਹੀ ਪੈਦਾ ਹੁੰਦੇ ਨੇ। ਉਹਦਾ ਕਾਰਨ ਭਾਵੇਂ ਬਾਹਰ ਬਣੇ ਜਾਂ ਕਿਤੇ ਵੀ ਬਣੇ, ਪਰ ਇਹ ਚੀਜ਼ਾਂ ਤਾਂ ਸਾਡੇ ਆਪਣੇ ਵਜੂਦ 'ਚ ਹੀ ਪੈਦਾ ਹੋ ਰਹੀਆਂ ਨੇ। ਇਹ ਕਿਉਂ ਪੈਦਾ ਹੁੰਦੀਆਂ ਨੇ? ਗੁਰੂ ਸਾਹਿਬ ਨੇ ਇਹਨੂੰ ਕਿਹਾ ਸਾਡੀ ਅਗਿਆਨਤਾ ਕਰਕੇ, ਬੇਸਮਝੀ ਕਰਕੇ। ਅਸੀਂ ਆਪਣੇ ਆਪ ਨੂੰ ਸਮਝ ਨਹੀਂ ਪਾਏ ਵੀ ਇਹਨੂੰ ਮੈਨੇਜ ਕਿਵੇਂ ਕਰੀਏ। ਅਸੀਂ ਆਪਣੇ ਆਪ ਨੂੰ ਜਾਣ ਨਹੀਂ ਪਾਏ ਵੀ ਸਾਨੂੰ ਵਾਹਿਗੁਰੂ ਅਕਾਲ ਪੁਰਖ ਨੇ ਕਿੰਨੇ ਉੱਤਮ ਆਲਾ ਦਰਜੇ ਦੀ ਬਖਸ਼ਿਸ਼ ਨਾਲ ਨਿਵਾਜਿਆ, ਜਿਸ ਨੂੰ ਹਜ਼ੂਰ ਨੇ ਬਾਣੀ ਦੇ ਵਿੱਚ ਕਿਹਾ ਘਰ ਅੰਮ੍ਰਿਤ ਘਟ ਮਾਹੀ ਜੀਓ। ਸਾਨੂੰ ਕੀ ਲੱਗਦਾ ਹੈ ਵੀ ਜ਼ਿੰਦਗੀ ਦੇ ਵਿੱਚ ਸਾਡੇ ਅੰਦਰ ਤੇ ਦੁੱਖ ਹੀ ਹੈ, ਜ਼ਹਿਰ ਹੀ ਹੈ, ਖਿਝ ਹੀ ਹੈ, ਕ੍ਰੋਧ ਹੀ ਹੈ, ਗੁੱਸਾ ਹੀ ਹੈ, ਭੇਦ ਭਾਵ ਵੀ ਹੈ, ਨਫ਼ਰਤ ਹੀ ਹੈ। ਅੰਮ੍ਰਿਤ ਨਹੀਂ ਨਾ ਸਾਡੇ ਅੰਦਰ। ਸਾਡੇ ਅੰਦਰ ਅੰਮ੍ਰਿਤ ਵੀ ਹੈ, ਇਹ ਬੜੀ ਅਚੰਭੇ ਦੀ ਗੱਲ ਹੈ ਵੀ ਸਾਡੇ ਅੰਦਰ ਅੰਮ੍ਰਿਤ ਵੀ ਹੈ, ਇਹ ਬੜੀ ਅਚੰਭੇ ਦੀ ਗੱਲ ਹੈ। ਹਾਲ ਦੀ ਘੜੀ ਜੇ ਅਸੀਂ ਆਪਣਾ ਆਪ ਫੋਲੀਏ, ਆਪਣੇ ਆਪਣੇ ਨਿੱਜ ਵੱਲ ਝਾਤ ਮਾਰੀਏ, ਜਿਹੜੀ ਕਿ ਸਭ ਤੋਂ ਕਠਿਨ ਕਿਰਿਆ ਹੈ, ਆਪਣੇ ਆਪ ਨੂੰ ਖੋਜਣਾ, ਆਪਣੇ ਆਪ ਨੂੰ ਜਾਣਨਾ। ਤੇ ਜੇ ਅਸੀਂ ਇਸ ਪਾਸੇ ਤੁਰ ਪਈਏ ਆਪਣੇ ਆਪ ਨੂੰ ਖੋਜਣ, ਤਾਂ ਸਭ ਤੋਂ ਪਹਿਲੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਿਲਣਗੀਆਂ, ਭਰਮ ਭੁਲੇਖੇ ਵਾਸੋਂ ਮਿਲੇਗੀ ਖਿਝ, ਕ੍ਰੋਧ, ਕਾਮ, ਗੁੱਸਾ, ਈਰਖਾ, ਦਵੈਸ਼, ਨਫ਼ਰਤ, ਭੇਦ ਭਾਵ, ਪਰੇਸ਼ਾਨੀਆਂ, ਦੁਸ਼ਵਾਰੀਆਂ। ਸਾਡੇ ਅੰਦਰ ਇਹੀ ਕੋਈ ਤਾਂ ਭਰਿਆ ਪਿਆ। ਪਰ ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਅੰਮ੍ਰਿਤ ਵੀ ਹੈ। ਭਲਾ ਉਹ ਕਿੱਥੇ ਰਹਿ ਗਿਆ ਜਿਹੜਾ ਸਾਡੀ ਨਜ਼ਰ ਹੀ ਨਹੀਂ ਪਿਆ? ਏਡੀ ਅਮੋਲਕ ਚੀਜ਼ ਸਾਡੇ ਅੰਦਰ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ। ਇਹ ਕਸੂਰ ਕਿਹਦਾ? ਮਹਾਰਾਜ ਨੇ ਆਖਿਆ ਤੇਰੀ ਅਗਿਆਨਤਾ ਕਾਰਨ ਤੈਨੂੰ ਆਪਣੇ ਵਜੂਦ ਵਿੱਚੋਂ ਵਾਹਿਗੁਰੂ ਦੀ ਇਹ ਬਖਸ਼ਿਸ਼ ਨਜ਼ਰ ਨਹੀਂ ਪਈ। ਮਹਾਰਾਜ ਨੂੰ ਪੁੱਛੀਏ, ਮਹਾਰਾਜ ਕਿੱਥੋਂ ਖੋਜਾਂ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ। ਮਹਾਰਾਜ ਕਹਿੰਦੇ ਆਪਣੇ ਆਪ ਨੂੰ ਖੋਜ,
ਕਾਇਆ ਬਹੁਖੰਡ ਖੋਜ ਤੇ ਨਵਨਿਧ ਪਾਈ। ਨਾ ਕਛ ਆਇਬੋ ਨਾ ਕਛ ਜਾਇਬੋ RAM ਕੀ ਦੁਹਾਈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਖਾਵੈ। ਖੁਦ ਬਾਰੇ ਸਮਾਂ ਕੱਢ ਤੇ ਖੁਦ ਨੂੰ ਖੋਜ, ਪਛਾਣ, ਜਾਣ ਖੁਦ ਨੂੰ। ਹੁਣ ਉਹ ਜਿਹੜਾ ਜਾਣਨਾ ਹੈ ਉਹ ਇੱਕ ਪ੍ਰੋਸੈਸ ਹੈ, ਇੱਕ ਸਫ਼ਰ ਹੈ। ਉਹ ਜਿਹੜਾ ਜਾਣਨਾ ਹੈ ਉਹ ਇੱਕ ਮਿਹਨਤ ਹੈ, ਉਹ ਘਾਲਣਾ ਹੈ। ਪਤਾ ਨਹੀਂ ਮਨ ਦੀਆਂ ਕਿੰਨੀਆਂ ਤਹਿਆਂ ਫੋਲਣੀਆਂ ਪੈਣਗੀਆਂ, ਮਨ ਬਾਰੇ ਕਿੰਨਾ ਜਾਣਨਾ ਪਏਗਾ, ਕਿੰਨੀ ਖੁਦ ਤੇ ਧਿਆਨ ਕੇਂਦਰਿਤ ਕਰਨਾ ਪਏਗਾ, ਕਿੰਨਾ ਖੁਦ ਲਈ ਸਮਾਂ ਕੱਢਣਾ ਪਏਗਾ, ਕਿੰਨਾ ਖੁਦ ਦੇ ਆਪਣੇ ਵਜੂਦ ਦੀ ਫੋੜਾ ਫਾੜੀ ਕਰਨੀ ਪਏਗੀ। ਇੰਨਾ ਸੁਖੱਲਾ ਕੰਮ ਵੀ ਨਹੀਂ ਹੈ, ਬਹੁਤ ਗੈਰ ਗੰਭੀਰ ਮਸਲਾ ਹੈ। ਪਰ ਮਹਾਰਾਜ ਕਹਿੰਦੇ ਜੇ ਤੂੰ ਸੁਖ ਚਾਹੁੰਦਾ ਹੈ, ਜੇ ਉੱਚੀ ਆਤਮਿਕ ਅਵਸਥਾ ਚਾਹੁੰਦਾ ਹੈ, ਉੱਚਾ ਜੀਵਨ ਚਾਹੁੰਦਾ ਤੇ ਇਹਦੇ ਬਿਨਾਂ ਸਰਨਾ ਨਹੀਂ। ਇਹ ਤਹਿਆਂ ਤੈਨੂੰ ਆਪਣੇ ਅੰਦਰ ਦੀਆਂ ਫੋਲਣੀਆਂ ਪੈਣਗੀਆਂ। ਮਹਾਰਾਜ ਨੇ ਬਾਣੀ 'ਚ ਕਿਹਾ, ਟੋਹਾਂ ਦਿੱਤੀਆਂ ਨੇ ਬਾਣੀ 'ਚ, ਬਾਕੀ ਸਫ਼ਰ ਤੇ ਅਸੀਂ ਕਰਨਾ ਹੈ। ਨਕਸ਼ਾ ਦੇ ਦਿੱਤਾ ਸਾਨੂੰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਤੋ ਮਹਾਰਾਜ ਉਹਨੂੰ ਕਹਿੰਦੇ ਨੇ ਭਗਤ ਕਬੀਰ ਸਾਹਿਬ ਮਹਾਰਾਜ, ਖੁਦ ਨੂੰ ਜਾਣਨਾ ਭਾਵ ਆਪੇ ਦੀ ਤਲਾਸ਼ ਕਰਨੀ, ਆਪਣੇ ਵਜੂਦ ਨੂੰ ਪਰਮੇਸ਼ਰ ਵਾਹਿਗੁਰੂ ਦਾ ਹਿੱਸਾ ਅੰਸ਼ ਮਾਤਰ ਜਾਣਨਾ। ਕਹੋ ਕਬੀਰ ਹਮ ਰਾਮ ਕੀ ਅੰਸ਼। ਉਹਦਾ ਅੰਗ, ਉਹਦਾ ਹਿੱਸਾ ਜਾਣ ਕੇ ਆਪਣੇ ਆਪ ਨੂੰ ਪਛਾਨਣਾ, ਫਿਰ ਆਪਣੇ ਆਪ ਦੀ ਪਵਿੱਤਰਤਾ ਨੂੰ ਤਲਾਸ਼ਣਾ ਅੰਦਰੋਂ, ਇਸ ਮੈਲ ਨੂੰ ਧੋ ਕੇ ਅੰਦਰ ਨੂੰ ਉਜਲਾ ਕਰਨਾ। ਬਹੁਤ ਸਾਰੇ ਪ੍ਰਮਾਣ ਇਸ ਪ੍ਰਥਾਏ ਹਜ਼ੂਰ ਨੇ ਬਾਣੀ 'ਚ ਦੱਸੇ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ। ਘਰ ਮੈਂ ਘਰ ਦੇ ਖਾਏ ਦੋ ਸੋ ਸਤਿਗੁਰ ਪੁਰਖ ਸੁਜਾਨ। ਉਹ ਜਿਹੜੀ ਜਾਣਨ ਦੀ ਪ੍ਰਕਿਰਿਆ ਹੈ ਨਾ, ਖੁਦ ਨੂੰ ਜਾਣਨ ਦੀ, ਉਹਨੂੰ ਕਿਹਾ ਹੈ ਆਪਣੇ ਵਿਚਾਰ। ਆਪਣੇ ਆਪ ਦੀ ਵਿਚਾਰ ਕਰ, ਇਹ ਤੇਰੀ ਸਵਾਰੀ ਹੈ, ਇਹ ਤੇਰਾ ਸਫ਼ਰ ਮੁਕਾਏਗੀ, ਇਹ ਤੈਨੂੰ ਮੰਜ਼ਿਲ ਤੱਕ ਲਿਜਾਏਗੀ। ਆਪਣੇ ਆਪ ਦੀ ਵਿਚਾਰ ਕਰਨਾ ਸਿੱਖ ਲੈ, ਆਪਣੇ ਆਪ ਨੂੰ ਜਾਣਨ ਦਾ ਯਤਨ ਕਰਨਾ ਸਿੱਖ ਲੈ। ਜਿੰਨਾ ਜਾਣਦਾ ਜਾਏਗਾ ਉਹਨਾਂ ਸਫ਼ਰ ਮੁੱਕਦਾ ਜਾਏ, ਉਨੀ ਮੰਜ਼ਿਲ ਤੈਨੂੰ ਨੇੜੇ ਮਿਲਦੀ ਜਾਏਗੀ, ਉਹਨਾਂ ਤੇਰਾ ਪੰਧ ਮੁੱਕਦਾ ਜਾਏ, ਗੈਪ ਮਿਟਦਾ ਜਾਏ। ਤੋ ਹਜ਼ੂਰ ਮਹਾਰਾਜ ਨੇ ਫਰਮਾਇਆ, ਸਹਿਜ ਕੈ ਪਾਵੜੈ ਪੱਗ ਧਰ ਲੀਜੈ। ਇਹਦਾ ਹੁਣ ਸਫ਼ਰ ਕਿਵੇਂ ਕਰਨਾ ਹੈ, ਤੇ ਜਿਹੜੀ ਸਵਾਰੀ ਹੈ ਸਾਡੀ, ਸਾਧਨ ਹੈ ਜਿਹੜਾ, ਉਹ ਕਿਹੜੀ ਚੀਜ਼ ਬਣੇ। ਹੁਣ ਉਹਦੀ ਵਿਆਖਿਆ ਮਹਾਰਾਜ ਇਸ ਸ਼ਬਦ ਵਿੱਚ ਕਰਦੇ ਨੇ। ਘੋੜੇ ਦੀਆਂ ਰਕਾਬਾਂ ਹੁੰਦੀਆਂ ਨੇ, ਰਕਾਬ ਵਿੱਚ ਪੈਰ ਰੱਖ ਕੇ ਪਲਾਕੀ ਮਾਰ ਕੇ ਘੋੜੇ ਦੀ ਕਾਠੀ ਤੇ ਸਵਾਰ ਹੋਇਆ ਜਾਂਦਾ। ਇੱਕ ਸਵਾਰ ਨੇ ਜਦੋਂ ਘੋੜੇ ਤੇ ਚੜ੍ਹਨਾ ਤਾਂ ਉਹਨੇ ਸਭ ਤੋਂ ਪਹਿਲਾਂ ਰਕਾਬ ਦੇ ਵਿੱਚ ਪੈਰ ਰੱਖਣਾ ਤੇ ਪਲਾਕੀ ਮਾਰਨੀ ਹੈ ਤੇ ਘੋੜੇ ਦੀ ਕਾਠੀ ਦੇ ਉੱਤੇ ਬਹਿ ਜਾਣਾ। ਹੁਣ ਬੈਠੇਗਾ ਤੇ ਸਵਾਰੀ ਕਰੇਗਾ। ਘੋੜੇ ਦੀ ਲਗਾਮ ਵੀ ਹੋਵੇ, ਕਾਠੀ ਵੀ ਹੋਵੇ, ਤੰਦਰੁਸਤ ਘੋੜਾ ਵੀ ਹੋਵੇ, ਜੇ ਬੰਦਾ ਉਹਦੇ ਉੱਤੇ ਬਹਿੰਦਾ ਨਹੀਂ ਤੇ ਸਫ਼ਰ ਕਿਵੇਂ ਹੋਏਗਾ। ਹੁਣ ਕਹਿੰਦੇ ਨੇ ਸਹਿਜ ਕੈ ਪਾਵੜੈ ਪੱਗ ਧਰ ਲੀਜੈ। ਪੈਰ ਕੀ ਨੇ? ਸਾਡੀ ਬੁੱਧ, ਸਾਡੀ ਅਕਲ। ਅਕਲ ਸਾਡਾ ਪੈਰ ਹੈ। ਤੇ ਰਕਾਬ ਕੀ ਹੈ ਘੋੜੇ ਦੀ? ਘੋੜੇ ਦੀ ਰਕਾਬ ਕੀ ਹੈ? ਸਹਿਜ, ਬੈਲੈਂਸ, ਟਿਕਾਊ। ਕਹਿੰਦੇ ਆਪਣੀ ਅਕਲ ਨੂੰ ਸਥਿਰ ਕਰ, ਟਿਕਾ ਵਿੱਚ ਰੱਖ। ਇਹ ਹੈ ਰਕਾਬ ਦੇ ਵਿੱਚ ਪੈਰ ਰੱਖ ਕੇ ਘੋੜੇ ਤੇ ਸਵਾਰ ਹੋਣਾ। ਜੇ ਤੂੰ ਚਾਹੁੰਦਾ ਹੈ ਨਾ ਆਪਣੇ ਆਪ ਦੀ ਵਿਚਾਰ ਕਰਨਾ, ਉਹ ਘੋੜਾ ਹੈ, ਇਹਦੀ ਸਵਾਰੀ ਕਰਨੀ ਹੈ। ਉਹਦੀਆਂ ਰਕਾਬਾਂ ਕੀ ਨੇ? ਸਹਿਜ, ਤੇ ਪੈਰ ਕੀ ਨੇ? ਅਕਲ। ਅਕਲ ਦੇ ਪੈਰ ਕਹਿੰਦੇ ਨੇ ਸਹਿਜ ਦੇ ਵਿੱਚ ਟਿਕਾ। ਇਹਦਾ ਭਾਵ ਜੇ ਆਪਾਂ ਸੰਖੇਪ ਚ ਕੱਢੀਏ ਤਾਂ ਇਹ ਆਏਗਾ, ਆਪਣੀ ਅਕਲ ਨੂੰ ਬੈਲੈਂਸ ਕਰ, ਆਪਣੇ ਆਪ ਨੂੰ ਤਵਾਜ਼ਨ ਵਿੱਚ, ਆਪਣੀ ਬੁੱਧੀ ਨੂੰ ਤਵਾਜ਼ਨ ਵਿੱਚ ਰੱਖ। ਦੁੱਖ ਤੇ ਸੁੱਖ ਦੇ ਤਵਾਜ਼ਨ ਵਿੱਚ, ਉਸਤਤ ਤੇ ਨਿੰਦਾ ਦੇ ਬੈਲੈਂਸ ਵਿੱਚ, ਦੁੱਖ ਤੇ ਸੁੱਖ ਦੇ ਬੈਲੈਂਸ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਵਿਰੋਧੀ ਦੋ ਚੀਜ਼ਾਂ ਵੀ ਜੀਵਨ 'ਚ ਜਦੋਂ ਵਾਪਰਦੀਆਂ ਨੇ,
ਤਾਂ ਉਹਨਾਂ ਦਾ ਇੱਕੋ ਹੱਲ ਹੈ ਵੀ ਆਪਣੇ ਆਪ ਨੂੰ ਵਿਚਕਾਰ ਸੈਂਟਰ 'ਚ ਕਰ ਲਓ। ਦੁੱਖ ਤੇ ਸੁੱਖ ਦਾ ਬਰਾਬਰ ਪ੍ਰਭਾਵ। ਉਸਤਤ ਤੇ ਨਿੰਦਾ ਤੋਂ ਤੀਸਰੀ ਅਵਸਥਾ ਕਿਹੜੀ ਹੈ? ਬੈਲੈਂਸ। ਇਹੀ ਇੱਕੋ ਇੱਕ ਹੱਲ ਹੈ। ਅਕਲ ਚਕਰਾ ਜਾਂਦੀ ਹੈ ਨਾ, ਕੋਈ ਚੰਗਾ ਕਹਿ ਜਾਏ ਤਾਂ ਚਕਰਾ ਜਾਂਦੀ ਹੈ, ਮੰਦਾ ਕਹਿ ਜਾਏ ਤਾਂ ਚਕਰਾ ਜਾਂਦੀ ਹੈ। ਕੋਈ ਸਤਿਕਾਰ ਦੇਵੇ ਤਾਂ ਮੁਸ਼ਕਲ ਹੈ, ਬੰਦਾ ਆਪਣੇ ਆਪ ਨੂੰ ਫੰਨੇ ਖਾਂ ਸਮਝਣ ਲੱਗ ਜਾਂਦਾ ਹੈ। ਨਾ ਸਤਿਕਾਰ ਦੇਵੇ ਤੇ ਕੀੜਾ ਮਕੌੜਾ ਜਿਹਾ ਬਣ ਕੇ ਰਹਿ ਜਾਂਦਾ ਹੈ, ਇਉਂ ਸੋਚਦਾ ਮੇਰੀ ਵੈਲਿਊ ਕੋਈ ਨਹੀਂ। ਕਿਤੇ ਬੰਦਾ ਹੰਕਾਰ ਵਿਖਾਉਂਦਾ, ਜਿੱਥੇ ਗਰੀਬੜਾ, ਜਿੱਥੇ ਲੱਗੇ ਨਾ ਵੀ ਇੰਨੀ ਕੁ ਮੇਰੀ ਥਾਂ ਹੈ, ਉੱਥੇ ਖੁਦਾ ਬਣ ਜਾਂਦਾ। ਤੇ ਜਿੱਥੇ ਪਤਾ ਲੱਗੇ ਨਾ ਇੱਥੇ ਮੇਰੀ ਚੱਲਣੀ ਨਹੀਂ। ਤੁਸੀਂ ਵੇਖੋ ਮਨੁੱਖ ਦੇ ਮਨ ਦੀ ਸਾਰੀਆਂ ਅਵਸਥਾਵਾਂ ਮਨ ਦੀਆਂ ਹੀ ਨੇ। ਮੰਨ ਲਓ ਮੈਨੂੰ ਇੰਨਾ ਦਾਇਰਾ ਦੇ ਦਿਆ ਕੋਈ, ਉੱਥੇ ਮੈਂ ਕਿਸੇ ਦੀ ਚੱਲਣ ਦੇਣਾ। ਤੇ ਜਿੱਥੇ ਮੇਰੀ ਨਾ ਚੱਲਦੀ ਹੋਵੇ ਉੱਥੇ ਫਿਰ ਮੈਂ ਫੋਕੀ ਜਿਹੀ ਨਿਮਰਤਾ ਵਿਖਾਉਣਾ, ਚਾਪਲੂਸੀ ਕਰਦਾ। ਮਤਲਬ ਇਹ ਕਰੈਕਟਰ ਤੇ ਉਹ ਕਰੈਕਟਰ ਦਾ ਕੋਈ ਮੇਲ ਹੈ ਜਿਹੜਾ ਮੈਂ ਦੋਵੇਂ ਥਾਈਂ ਵੱਖਰਾ ਵੱਖਰਾ ਜੀਣਾ। ਦੋਵੇਂ ਹੀ ਨਕਾਰਾ ਕਰੈਕਟਰ ਨੇ। ਜੇ ਗੁਰਬਾਣੀ ਨੂੰ ਪੁੱਛੋ ਨਾ ਵੀ ਮਹਾਰਾਜ ਕਹਿੰਦੇ ਇੱਕ ਜਗ੍ਹਾ ਤੇ ਤੂੰ ਕਿਸੇ ਨੂੰ ਨਹੀਂ ਜੀਣ ਦਿੰਦਾ, ਦੂਜੇ ਜਗ੍ਹਾ ਦੇ ਉੱਤੇ ਤੇਰੇ 'ਚ ਕੋਈ ਗੈਰਤ ਨਹੀਂ ਰਹਿ ਜਾਂਦੀ, ਇਹ ਕੋਈ ਕਰੈਕਟਰ ਥੋੜ੍ਹੀ ਹੈ, ਬੈਲੈਂਸ ਹੀ ਹੈ ਨਹੀਂ ਤੇਰੇ ਅੰਦਰ। ਹਜ਼ੂਰ ਮਹਾਰਾਜ ਕਹਿੰਦੇ ਉਹੀ ਤਵਾਜ਼, ਇਸੇ ਨੂੰ ਸਹਿਜ ਕਿਹਾ ਗੁਰੂ ਗ੍ਰੰਥ ਸਾਹਿਬ ਨੇ। ਕੋਈ ਵਡਿਆਈ ਕਰਦਾ ਤੇ ਤਾਂ ਵੀ ਆਪਣੇ ਆਪ 'ਚ ਰਹਿ, ਆਪਣੀ ਸਮਰੱਥਾ ਨੂੰ ਪਛਾਣ ਵੀ ਕਿਤੇ ਬੰਦਾ ਵਾਧੂ ਸ਼ਬਦ ਕਹਿ ਕੇ ਮੇਰੀ ਈਗੋ ਨੂੰ ਉੱਚਿਆਂ ਤੇ ਨਹੀਂ ਉਡਾ ਗਿਆ। ਮੈਂ ਇੰਨੇ ਜੋਗਾ ਹਾਂ ਜਿੰਨੀ ਮੇਰੀ ਵਡਿਆਈ ਦੁਨੀਆ ਕਰੀ ਜਾਂਦੀ ਹੈ। ਜੇ ਕੋਈ ਨਿੰਦਾ ਕਰ ਗਿਆ ਤਾਂ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਵਾਂਗ ਆਪਣੇ ਆਪ ਨੂੰ ਪਛਾਣ ਕਿ ਕਿਤੇ ਸਾਚੀ ਤੇ ਨਹੀਂ ਆਂਦਾ, ਕਿਤੇ ਸੱਚਮੁੱਚ ਹੀ ਹੈ ਮੇਰੇ ਅੰਦਰ ਤੇ ਨਹੀਂ। ਜੇ ਹੈ ਤੇ ਕੱਢ ਲੈ, ਤਾਂ ਕਿ ਦੂਸਰੀ ਵਾਰ ਉਹ ਬੰਦਾ ਜਦੋਂ ਤੈਨੂੰ ਗਲਤ ਕਹੇ ਤੇ ਖੁਦ ਝੂਠਾ ਪਏ। ਹੁਣ ਦੋਵਾਂ ਹਾਲਤਾਂ ਦੇ ਵਿੱਚ ਜੇ ਸਾਡੇ ਅੰਦਰ ਸਥਿਰਤਾ ਨਹੀਂ, ਬੈਲੈਂਸ ਨਹੀਂ, ਉਸ ਚੀਜ਼ ਨੂੰ, ਉਸ ਚੀਜ਼ ਵਿੱਚ ਸਮਾਈ ਕਰਨ ਦੀ ਸਮਰੱਥਾ ਨਹੀਂ, ਉਹਨੂੰ ਅਸੀਂ ਮੈਨੇਜ ਨਹੀਂ ਕਰ ਪਾਏ ਤੇ ਦੁਖੀ ਹੋਵਾਂਗੇ। ਦੋਵਾਂ ਹਾਲਤਾਂ ਵਿੱਚ ਹੀ ਦੁਖੀ ਹੋਵਾਂਗੇ। ਤਾਂ ਮਹਾਰਾਜ ਇਹਨੂੰ ਕਹਿੰਦੇ ਨੇ ਆਪਣੀ ਬੁੱਧ ਨੂੰ ਸਥਿਰ ਰੱਖ, ਆਪਣੀ ਅਕਲ ਨੂੰ ਬੈਲੈਂਸ ਵਿੱਚ ਰੱਖਣ ਦੀ ਕੋਸ਼ਿਸ਼ ਕਰਿਆ ਕਰ। ਇੱਕ ਨਾਰਮਲ ਜੀ ਉਦਾਹਰਨ ਦੇਣਾ, ਜਿੰਨੀ ਸਾਡੀ ਇਨਕਮ ਹੋਵੇ ਨਾ, ਜਿੰਨੀ, ਜੇ ਅਸੀਂ ਖਰਚਾ ਬੈਲੈਂਸ ਵਿੱਚ ਨਾ ਕਰੀਏ ਤੇ ਘਰ ਦਾ ਸਾਰਾ ਤਵਾਜ਼ਨ ਵਿਗੜ ਜਾਂਦਾ। ਇੱਦਾਂ ਹੀ ਹੁੰਦਾ ਨਾ, ਜਿੰਨਾ ਪੈਸਾ ਜੇਬ 'ਚ ਆਉਂਦਾ ਹੈ ਤੁਸੀਂ ਉਹਦੇ ਮੁਤਾਬਕ, ਉਹਦੀ ਰੇਸ਼ੋ ਦੇ ਮੁਤਾਬਕ ਆਪਣਾ ਖਰਚਾ ਨਾ ਕਰੋ ਤੇ ਖਰਚਾ ਵੱਧ ਕਰਨ ਲੱਗ ਜਾਓ, ਇਨਕਮ ਘਟ ਜਾਏ, ਆਉਂਦਾ ਘੱਟ ਹੈ ਤੇ ਜਾਂਦਾ ਜ਼ਿਆਦਾ ਹੈ, ਕਿਵੇਂ ਮੈਨੇਜ ਕਰੋਗੇ? ਉਧਾਰ ਚੁੱਕੋਗੇ, ਕਰਜ਼ਾ ਲਵੋਗੇ, ਫਿਰ ਜਦੋਂ ਕਰਜ਼ਾ ਵੀ ਨਾ ਮੁੜਿਆ, ਉਧਾਰ ਵੀ ਨਾ ਮੁੜਿਆ ਤੇ ਬੰਦੇ ਨੂੰ ਮਿਲਣਾ ਛੱਡ ਦਿਓਗੇ ਵੀ ਹੁਣ ਜਦੋਂ ਦਿੱਤਾ ਹੀ ਨਹੀਂ ਜਾਂਦਾ ਤੇ ਕੀ ਕਰਾਂ? ਰੋਜ਼ ਉਹਨੂੰ ਮਿਲ ਕੇ ਲੜਨਾ ਥੋੜ੍ਹੀ ਹੈ। ਫਿਰ ਬੰਦਾ ਜਾਂ ਤਾਂ ਮੁੱਕਰ ਹੀ ਜਾਂਦਾ, ਮੈਂ ਨਹੀਂ ਦਿੰਦਾ, ਜਾਂ ਜੋ ਮਰਜ਼ੀ ਕਰ ਲੈ। ਇਹ ਗੱਲ ਵੀ ਉੱਥੇ ਕਹਿੰਦਾ ਜਿੱਥੇ ਉਹਨੂੰ ਪਤਾ ਹੋਵੇ ਵੀ ਮੈਂ ਭੱਜ ਸਕਦਾ, ਜਿੱਥੇ ਉਹਨੂੰ ਪਤਾ ਮੇਰੇ ਤੋਂ ਭੱਜਿਆ ਨਹੀਂ ਜਾਣਾ, ਉੱਥੇ ਆਪ ਹੀ ਮਿਲ ਕੇ ਕਹਿੰਦਾ ਜੀ ਮੈਂ ਦੇ ਦਿਆਂਗਾ। ਜਿੱਥੇ ਉਹਨੂੰ ਪਤਾ ਲੱਗ ਜਾਏ ਨਾ ਮੈਂ ਭੱਜ ਸਕਦਾ, ਵੀ ਇਹ ਮੈਨੂੰ ਕੁਝ ਨਹੀਂ ਕਰ ਸਕਦਾ, ਉੱਥੇ ਫਿਰ ਬੰਦਾ ਅੜ ਜਾਂਦਾ, ਜਾ ਨਹੀਂ ਦਿੰਦਾ। ਇਹ ਮੈਂ ਉਦਾਹਰਨ ਇਸ ਕਰਕੇ ਦੇ ਰਿਹਾ, ਉੱਥੇ ਅਸੀਂ ਕੀ ਕਰਦੇ ਹਾਂ, ਜਿੰਨੇ ਵੀ ਲੋਕ ਦੁਨੀਆਦਾਰੀ ਜਾਣਦੇ ਨੇ ਉਹ ਮੈਨੇਜ ਕਰਦੇ ਨੇ ਵੀ ਆਪਣੇ ਖਰਚੇ ਤੇ ਕੰਟਰੋਲ ਕਰਕੇ ਮੈਨੇਜ ਕਰ ਲਓ ਤਾਂ ਕਿ ਦੁੱਖ ਨਾ ਸਹਿਣਾ ਪਵੇ। ਇਹਨੂੰ ਅਸੀਂ ਕਹਿੰਦੇ ਮੈਨੇਜ ਕਰਨਾ, ਆਪਣੇ ਅਰਥਚਾਰੇ ਨੂੰ ਮੈਨੇਜ ਕਰਨਾ। ਇਸੇ ਤਰ੍ਹਾਂ ਹਜ਼ੂਰ ਮਹਾਰਾਜ ਕਹਿੰਦੇ ਨੇ ਆਪਣੀ ਬੁੱਧ ਨੂੰ ਵੀ ਮੈਨੇਜ ਕਰ, ਆਪਣੀ ਅਕਲ ਨੂੰ ਵੀ ਮੈਨੇਜ ਕਰ, ਸਹਿਜ ਵਿੱਚ ਰੱਖ, ਬੈਲੈਂਸ ਵਿੱਚ ਰੱਖ ਵੀ ਤੂੰ ਕਿੰਨਾ ਕੁਝ ਸਹਿਣ ਜੋਗਾ ਹੈ। ਉਹਨਾਂ ਕੀ ਆਪਣਾ ਫੀਲਡ ਬਣਾ, ਜਿੰਨੀ ਗੱਲ ਤੂੰ ਸਹਿਣ ਜੋਗਾ, ਜਿੰਨੀ ਤੂੰ ਕਰਨ ਜੋਗਾ। ਉਹਨੂੰ ਕਹਿ ਸਹਿਜ ਕਹਿ ਪਾਵੜੈ ਪੱਗ ਧਰ ਲਈ ਜਾਏ। ਇਵੇਂ ਤੂੰ ਆਪਣੇ ਆਤਮ ਗਿਆਨ ਦੀ ਸਵਾਰੀ ਕਰ ਸਕੇਗਾ। ਆਤਮਿਕ ਗਿਆਨ ਵਾਸਤੇ ਅਕਲ ਦਾ, ਬੁੱਧ ਦਾ ਸਥਿਰ ਹੋਣਾ ਬੜਾ ਜ਼ਰੂਰੀ ਹੈ। ਮਨ ਦੀ ਚੰਚਲਤਾ ਖਤਮ ਹੋਣੀ ਬੜੀ ਜ਼ਰੂਰੀ। ਜੇ ਮਨ ਮਚਲਦਾ, ਭਟਕਦਾ ਇੱਧਰ ਉੱਧਰ, ਤੇ ਵਿਚਾਰ ਨਹੀਂ ਹੋ ਸਕਦਾ। ਮੰਨ ਲਓ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਇੱਕ ਸ਼ਬਦ ਪੜ੍ਹਨਾ ਚਾਹੀਏ ਤੇ ਸ਼ਬਦ ਨੂੰ ਸਮਝਣਾ ਚਾਹੀਏ।
ਤੇ ਜੇ ਸਾਡਾ ਧਿਆਨ ਉਹਦੇ ਤੇ ਕੇਂਦਰਿਤ ਨਹੀਂ ਹੋਏਗਾ ਤੇ ਅਸੀਂ ਪੜ੍ਹ ਨਹੀਂ ਸਕਾਂਗੇ। ਆਪਾਂ ਕਲਾਸ ਵਿੱਚ ਬੈਠਦੇ ਸਾਂ, ਕੋਈ ਟੀਚਰ ਸਾਨੂੰ ਪੜ੍ਹਾਉਂਦਾ ਸੀ, ਜਦੋਂ ਆਪਾਂ ਸ਼ਰਾਰਤ ਕਰਨੀ, ਇੱਧਰ ਉੱਧਰ ਵੇਖਣਾ, ਕਾਪੀ ਮੂੰਹਦੀ ਕਰ ਲੈਣੀ, ਮੂੰਹ ਤੇ ਰੱਖ ਲੈਣੀ, ਉਹ ਸਾਨੂੰ ਉਦੋਂ ਹੀ ਟੋਕਦਾ ਸੀ, ਧਿਆਨ ਦੇ, ਤੇਰਾ ਧਿਆਨ ਕਿੱਥੇ। ਇਹਦਾ ਮਤਲਬ ਕੀ ਸੀ ਵੀ ਜਿਹੜਾ ਲੈਸਨ ਮੈਂ ਤੈਨੂੰ ਦੇ ਰਿਹਾ ਤੂੰ ਤਾਂ ਸਿੱਖ ਪਾਏਂਗਾ ਜੇ ਤੂੰ ਆਸੇ ਪਾਸੇ ਦਾ ਧਿਆਨ ਛੱਡੇਂਗਾ। ਆਪਣੇ ਆਪ ਦੀ ਖੋਜ ਕਿਵੇਂ ਹੋਣੀ ਹੈ? ਜਦੋਂ ਮਨ ਚੰਚਲਤਾ ਛੱਡੇਗਾ। ਇਹਨੂੰ ਕਹਿ ਸਹਿਜ ਕਹਿ ਪਾਵੜੈ ਪੱਗ ਧਰ ਲਈ। ਤੋ ਹਜ਼ੂਰ ਮਹਾਰਾਜ ਆਰੰਭ ਦੇ ਵਾਕ ਵਿੱਚ ਕਹਿੰਦੇ ਨੇ, ਦੇ ਮੁਹਾਰ ਲਗਾਮ ਪਹਿਰਾਵਾਂ। ਮੁਹਾਰ ਲਗਾਮ, ਦੇ ਮੁਹਾਰ ਲਗਾਮ ਪਹਿਰਾਵਾਂ। ਆਮ ਤੌਰ 'ਤੇ ਮੁਹਾਰ ਜਿਹੜੀ ਹੈ ਊਠ ਨੂੰ ਪਾਈ ਜਾਂਦੀ ਹੈ, ਜਿਨ੍ਹਾਂ ਨੇ ਵੇਖਿਆ ਜਿਨ੍ਹਾਂ ਇਲਾਕਿਆਂ ਵਿੱਚ। ਲਗਾਮ ਘੋੜੇ ਨੂੰ ਪਾਈ ਜਾਂਦੀ। ਇੱਥੇ ਮੁਹਾਰ ਸ਼ਬਦ ਜਿਹੜਾ ਹੈ, ਜਿਹਨੂੰ ਝੱਬੂ ਵੀ ਕਹਿ ਦਿੰਦੇ ਸਨ, ਜਿਨ੍ਹਾਂ ਨੇ ਘੋੜੇ ਨੂੰ ਬਿਲਕੁਲ ਤਿਆਰ ਬਰ ਤਿਆਰ ਵੇਖਿਆ ਉਹ ਜਾਣਦੇ ਨੇ, ਉਹਦੀ ਮੂੰਹ ਦੇ ਉੱਤੇ ਉਹਦੀ ਬਾਚੀ ਨੂੰ ਚਮੜੇ ਦੀ ਇੱਕ ਪੇਟੀ ਜਿਹੜੀ ਸਟ੍ਰੈਪ ਜੀ ਪਾਈ ਹੁੰਦੀ, ਜਿਹੜੀ ਥੱਲੇ ਤੱਕ ਬੰਦ ਹੁੰਦੀ, ਯਾਨੀ ਕਿ ਉਹਨੂੰ ਕੰਟਰੋਲ ਕਰਨ ਦੇ ਜਿਹੜੇ ਟੂਲ ਨੇ, ਉਹਦੀ ਲਗਾਮ ਬੰਦਾ ਫੇਰ ਹੀ ਹੱਥ 'ਚ ਫੜਦਾ ਹੈ ਨਾ। ਮੈਂ ਇੱਕ ਜਗ੍ਹਾ ਤੋਂ ਕਿਤੋਂ ਪੜ੍ਹਿਆ ਸੀ, ਕਹਿੰਦੇ ਨਾਦਰ ਸ਼ਾਹ, ਉਹਨੇ ਦਿੱਲੀ ਨੂੰ ਜਿੱਤਿਆ ਤੇ ਦਿੱਲੀ ਦੇ ਲਾਲ ਕਿਲੇ ਵਿੱਚ ਉਹਨੇ ਉਤਾਰਾ ਕੀਤਾ। ਉਸ ਬੰਦੇ ਦੇ ਨਾਲ ਸਿੱਖਾਂ ਦਾ 1733 ਤੱਕ ਵਾਰ ਰਿਹਾ। ਪਹਿਲੀ ਵਾਰ ਕਹਿੰਦੇ ਨੇ ਉਹ ਹਾਥੀ ਉੱਤੇ ਸਵਾਰ ਹੋਇਆ ਇੱਕ ਜਗ੍ਹਾ ਦੇ ਉੱਤੇ, ਤੇ ਉਹਨੇ ਉੱਥੇ ਬਹਿੰਦਿਆਂ ਪਹਿਲੀ ਵਾਰ ਉਹਨੇ ਸਵਾਰੀ ਕੀਤੀ ਸੀ, ਤੇ ਹਾਥੀ ਨੂੰ ਮੁਹਾਵਤ ਹੀ ਚਲਾਉਂਦਾ, ਉਹਨੂੰ ਕੋਈ ਲਗਾਮ ਨਹੀਂ ਪੈਂਦੀ, ਕੋਈ ਰੱਸੀ ਨਹੀਂ ਪੈਂਦੀ, ਘੋੜੇ ਨੂੰ ਲਗਾਮ ਪੈਂਦੀ ਹੈ। ਪਹਿਲੀ ਵਾਰ ਜਦੋਂ ਹਾਥੀ ਤੇ ਸਵਾਰ ਹੋਇਆ ਤੇ ਹੌਦੇ 'ਚ ਬੈਠਾ, ਮੁਹਾਵਤ ਨੂੰ ਉਹਨੇ ਸਵਾਲ ਪੁੱਛਿਆ, ਕਹਿਣ ਲੱਗਿਆ ਇਹਦਾ ਕੋਈ ਕੰਟਰੋਲ, ਇਹਨੂੰ ਕਾਬੂ ਕਿਵੇਂ ਕਰਨਾ ਹੈ, ਕੋਈ ਮੇਰੇ ਹੱਥ 'ਚ ਕੀ ਹੈ? ਉਹ ਕਹਿਣ ਲੱਗਿਆ ਜੀ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਖਾਨ ਸਾਹਿਬ, ਤੁਸੀਂ ਆਰਾਮ ਨਾਲ ਬੈਠੋ, ਤੁਸੀਂ ਕਹੋਗੇ ਤੇ ਮੈਨੂੰ ਉਠਾ ਦਿਆਂਗਾ, ਤੁਸੀਂ ਕਹੋਗੇ ਤੇ ਬਿਠਾ ਦਿਆਂਗਾ, ਤੁਸੀਂ ਕਹੋਗੇ ਤੇ ਭਜਾ ਲਵਾਂਗਾ, ਤੁਸੀਂ ਕਹੋਗੇ ਤੇ ਤੋਰ ਲਵਾਂਗਾ। ਉਹਨੂੰ ਕਹਿੰਦੇ ਇਹਨੂੰ ਬਿਠਾ। ਉਹਨੇ ਬਿਠਾਇਆ ਤੇ ਉਹ ਥੱਲੇ ਉਤਰ ਗਿਆ। ਹੁਣ ਮੁਹਾਵਤ ਨੂੰ ਲੱਗਿਆ ਵੀ ਹੋ ਸਕਦਾ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ। ਉਹਨੇ ਆ ਕੇ ਖਿਮਾ ਮੰਗੀ ਵੀ ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਤੇ ਮੈਨੂੰ ਮਾਫ ਕਰੋ। ਕਹਿੰਦਾ ਨਹੀਂ, ਤੇਰੀ ਕੋਈ ਗਲਤੀ ਨਹੀਂ, ਦਰਅਸਲ ਜਿਹਦੀ ਲਗਾਮ ਮੇਰੇ ਹੱਥ 'ਚ ਨਾ ਹੋਵੇ ਮੈਂ ਉੱਤੇ ਯਕੀਨ ਨਹੀਂ ਕਰਦਾ। ਚਲਾਏਂਗਾ ਤੂੰ, ਬਿਠਾਏਂਗਾ ਤੂੰ, ਤੋਰੇਂਗਾ ਤੂੰ, ਅਜੀਬ ਕਿਸਮ ਦੀ ਸਵਾਰੀ ਹੈ, ਮੈਂ ਵਿੱਚ ਬੈਠਾ, ਮੇਰੇ ਕੋਲ ਕੰਟਰੋਲ ਹੀ ਕੋਈ ਨਹੀਂ। ਇਸ ਕਰਕੇ ਮੈਂ ਇਹਦੀ ਸਵਾਰੀ ਨਾਲੋਂ, ਇਹ ਠੀਕ ਹੈ ਆਪਣੀ ਜਗ੍ਹਾ ਤੇ ਵੀ ਠੀਕ ਹੈ, ਪਰ ਮੈਨੂੰ ਲੱਗਦਾ ਵੀ ਇਹਦੀ ਸਵਾਰੀ ਨਾਲੋਂ ਮੈਨੂੰ ਘੋੜੇ ਦੀ ਸਵਾਰੀ ਜ਼ਿਆਦਾ ਬੈਟਰ, ਉਹਦੀ ਲਗਾਮ ਤੇ ਮੇਰੇ ਹੱਥ 'ਚ ਹੁੰਦੀ ਹੈ। ਇੱਥੇ ਮੈਂ ਬਾਰ-ਬਾਰ ਤੈਨੂੰ ਆਖਾਂ, ਤੈਨੂੰ ਪੁੱਛਾਂ, ਇਹਦਾ ਮਤਲਬ ਹੈ ਇਸ ਵੇਲੇ ਤੇ ਕਰਤਾ ਧਰਤਾ ਤੂੰ ਹੀ ਹੈ ਨਾ। ਹੁਣ ਪੋਲੀਟੀਸ਼ੀਅਨ ਹੈ, ਡਿਕਟੇਟਰ ਹੈ, ਉਹਦੀ ਆਪਣੀ ਸੋਚ ਹੈ। ਤੋ ਹਰ ਇੱਕ ਪਸ਼ੂ ਨੂੰ, ਜਾਨਵਰ ਨੂੰ ਕਾਬੂ ਕਰਨ ਦੇ ਮਨੁੱਖ ਨੇ ਰਾਜ਼ ਲੱਭ ਲਿਆ। ਹਾਥੀ ਦਾ ਵੀ ਉਹਨੇ ਲੱਭ ਲਿਆ। ਏਡਾ ਭਾਰੀ ਭਰਕਮ ਜਾਨਵਰ ਹੈ, ਇੰਨੇ ਕੰਮ ਕਰਦਾ ਹੈ, ਬੇਬਹਾ ਤਾਕਤ ਹੈ ਉਹਦੇ 'ਚ, ਪਰ ਉਹਦੀ ਇੱਕ ਵੀਕਨੈਸ ਲੱਭ ਲਈ ਬੰਦੇ ਨੇ। ਉਹ ਕੀ ਹੈ? ਅੰਕਸ਼ ਉਹਦੇ ਸਿਰ ਦੇ ਵਿੱਚ ਚੋਟ ਕਰਦੇ ਰਹੋ ਤੇ ਉਹ ਤੁਹਾਡੇ ਕਾਬੂ 'ਚ ਰਹਿੰਦਾ। ਘੋੜੇ ਜਿਹੀ ਤਾਕਤ ਹੈ ਬੰਦੇ 'ਚ, ਪਰ ਉਹਦੀ ਵੀਕਨੈਸ ਲੱਭ ਲਈ ਮਨੁੱਖ। ਇਹਨੂੰ ਲਗਾਮ ਪਾ ਕੇ ਜਦੋਂ ਕੰਟਰੋਲ 'ਚ ਕਰ ਲਿਆ, ਪਹਿਲਾਂ ਉਹਨੂੰ ਸਿਖਾਉਂਦਾ ਹੈ ਆਪਣੇ ਮੁਤਾਬਕ। ਜਦੋਂ ਆਪਣੀ ਗੁਲਾਮੀ ਉਹਦੇ ਦਿਮਾਗ 'ਚ ਬਿਠਾ ਲੈਂਦਾ ਤੇ ਫਿਰ ਉਹਨੂੰ ਲਗਾਮ ਪਾ ਕੇ, ਮੁਹਾਰ ਪਾ ਕੇ, ਐਨ ਪੂਰਾ ਨਕੇਲ ਕੱਸ ਕੇ ਉਹਨੂੰ ਕਾਬੂ ਕਰ ਲੈਂਦਾ। ਸਾਰੀ ਜ਼ਿੰਦਗੀ ਉਹ ਮਾਲਕ ਦੀ ਵਫਾਦਾਰੀ ਕਰਦਾ। ਤੋ ਇੱਥੇ ਹਜ਼ੂਰ ਮਹਾਰਾਜ ਕਹਿੰਦੇ ਮਨ 'ਚ ਬੇਬਹਾ ਤਾਕਤ ਹੈ। ਮਨ ਚਾਹੇ ਤੇ ਤੈਨੂੰ ਚੋਰ ਬਣਾ ਦੇ, ਚਾਹੇ ਸਾਧ ਬਣਾ ਦੇ, ਚਾਹੇ ਡਕੈਤ ਬਣਾ ਦੇ, ਚਾਹੇ ਭਲਾ ਪੁਰਖ ਬਣਾ ਦੇ, ਚਾਹੇ ਲੁਟੇਰਾ ਬਣਾ ਦੇ ਤੇ ਚਾਹੇ ਸਖੀ ਬਣਾ ਦੇ, ਬਸ ਤੈਨੂੰ ਕਾਬੂ ਕਰਨਾ ਆਉਣਾ ਚਾਹੀਦਾ ਹੈ। ਜਿਨ੍ਹਾਂ ਦਾ ਖੁਦ ਕਾਬੂ ਵਿੱਚ ਨਹੀਂ ਉਹ ਤਬਾਹੀਆਂ ਮਚਾਉਂਦੇ ਨੇ, ਜਿਨ੍ਹਾਂ ਦਾ ਖੁਦ ਕਾਬੂ ਵਿੱਚ ਹੈ ਉਹ ਸੰਸਾਰ ਨੂੰ ਮਨ ਦੀ ਤਾਕਤ ਨਾਲ ਸਵਾਰ ਦਿੰਦੇ। ਕਬੀਰ ਜੀ ਨੇ ਜੋ ਪਾਇਆ ਮਨ 'ਚੋਂ ਹੀ ਪਾਇਆ। ਗੁਰੂ ਨਾਨਕ ਮਹਾਰਾਜ ਨੇ ਜੋ ਪਾਇਆ ਖੁਦ 'ਚੋਂ ਹੀ ਪਾਇਆ, ਕਿਸੇ ਤੋਂ ਕੁਝ ਨਹੀਂ ਲਿਆ ਬਾਹਰੋਂ। ਕੋਈ ਨਹੀਂ ਕਹਿ ਸਕਦਾ ਗੁਰੂ ਨਾਨਕ ਸਾਹਿਬ ਨੂੰ ਫਲਾਣੇ ਨੇ ਸਿਖਾਇਆ, ਨਹੀਂ, ਉਹ ਖੁਦ ਵਿੱਚ ਹੀ ਨੇ ਜੋ ਕੁਝ ਨੇ। ਆਪਣੇ ਆਪ ਸਹਿ ਭੰਗ ਦਾ ਪੂਰਾ ਅਸੂਲ ਲਾਗੂ ਹੋਇਆ।
ਵਾਹਿਗੁਰੂ ਜੋ ਹੈ ਖੁਦ ਬਖੁਦ ਹੈ। ਇਹ ਨਹੀਂ ਵੀ ਅਸੀਂ ਰੱਬ ਰੱਬ ਕਰਦੇ ਹਾਂ ਤੇ ਖੋਰੇ ਰੱਬ ਤਾਂ ਹੀ ਜਿਉਂਦਾ, ਨਹੀਂ। ਅਸੀਂ ਜਦੋਂ ਨਹੀਂ ਵੀ ਸਾਂ ਨਾ ਉਦੋਂ ਵੀ ਉਹ ਸੀ, ਅਸੀਂ ਜਦੋਂ ਨਹੀਂ ਹੋਵਾਂਗੇ ਉਹ ਤਦ ਵੀ ਹੋਏਗਾ। ਸਾਡੇ ਝੁਕਣ ਕਰਕੇ ਗੁਰੂ ਵੱਡਾ ਨਹੀਂ, ਗੁਰੂ ਇੰਨਾ ਵੱਡਾ ਵੀ ਸਾਨੂੰ ਝੁਕਣਾ ਪੈਂਦਾ। ਬਸ ਜਿਸ ਦਿਨ ਅਸੀਂ ਇਹ ਨੁਕਤੇ ਸਮਝ ਲਏ ਨਾ, ਉਸ ਦਿਨ ਅਸੀਂ ਆਪਣੀ ਸਮਰੱਥਾ ਪਛਾਣ ਲਵਾਂਗੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਦੇ ਮੁਹਾਰ ਲਗਾਮ ਪੈਰਾਵਾਂ। ਕਹਿੰਦੇ ਨੇ ਮੈਂ ਇਸ ਮਨ ਰੂਪ ਘੋੜੇ ਨੂੰ ਲਗਾਮ ਕੱਸ ਲਈ, ਸਵੈ ਸੋਝੀ ਦੀ, ਇਹਨੂੰ ਕੰਟਰੋਲ ਕਰ ਲਿਆ, ਜਾਨੀ ਕਿ ਇਹਨੂੰ ਮੁਹਾਰ ਪਾ ਲਈ, ਕਾਬੂ ਕਰ ਲਿਆ। ਹੁਣ ਮਨ ਦਾ ਕੰਟਰੋਲ ਕੀ ਹੈ? ਗਿਆਨ ਕਾ ਬੱਧਾ ਮਨ, ਇੱਕੋ ਹੀ ਕੰਟਰੋਲ ਹੈ। ਨਾ ਪੁੱਠੇ ਲਟਕਣਾ ਹੱਲ ਹੈ, ਨਾ ਭੁੱਖੇ ਰਹਿਣਾ ਹੱਲ ਹੈ, ਨਾ ਜਟਾਵਾਂ ਵਧਾਉਣਾ ਹੱਲ ਹੈ, ਨਾ ਖਾਸ ਭੇਖ ਧਾਰਨ ਕਰਨਾ ਹੱਲ ਹੈ, ਨਾ ਘਰ ਛੱਡਣਾ ਹੱਲ, ਕੋਈ ਵੀ ਹੱਲ ਨਹੀਂ ਮੰਨਦਾ। ਇੱਕੋ ਹੀ ਹੈ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦੀ ਮੱਤ, ਵਿਵੇਕ। ਤੋਂ ਪਾਤਸ਼ਾਹ ਜੀ ਫਰਮਾਉਂਦੇ ਨੇ ਦੇ ਮੁਹਾਰ ਲਗਾਮ ਪੈਰਾਵੋ, ਸਗਲਤਾ ਜੀਨ ਗਗਨ ਦੌਰਾਵੋ। ਫਿਰ ਇਹਦੇ ਤੇ ਮੈਂ ਕਾਠੀ ਕਾਹਦੀ ਪਾਵਾਂ? ਉਹ ਕਹਿੰਦੇ ਨੇ ਸਗਲ ਤਾਂ ਜੀਨ, ਜੀਨ ਕਾਠੀ ਨੂੰ ਕਹਿੰਦੇ ਨੇ। ਸਰਵ ਵਿਆਪਕ ਹੈ ਵਾਹਿਗੁਰੂ, ਇਸ ਗੱਲ ਦਾ ਚੇਤਾ ਰੱਖਣਾ, ਇਸ ਗੱਲ ਦਾ ਚਿੰਤਨ ਕਰਨਾ, ਇਹੀ ਇਸ ਘੋੜੇ ਦੀ ਸਵਾਰੀ ਵਾਸਤੇ ਇਹਦੇ ਤੇ ਪਾਈ ਹੋਈ ਕਾਠੀ। ਫਿਰ ਇਹਨੂੰ ਮੈਂ ਦੜਾਉਂਦਾ ਕਿੱਥੇ ਆ? ਇਸ ਘੋੜੇ ਨੇ ਭੱਜਣਾ ਕਿੱਥੇ? ਗਗਨ, ਦਸਮ ਦੁਆਰ ਵਿੱਚ। ਗਗਨ ਦਾ ਮਤਲਬ ਵਿਵੇਕ ਦੇ ਜੀਵਨ ਵਿੱਚ, ਉੱਚੀ ਆਤਮਿਕ ਅਵਸਥਾ ਵਿੱਚ। ਇਹਦਾ ਫੀਲਡ ਹੀ ਵੱਖਰਾ ਹੈ ਸਫ਼ਰ ਦਾ। ਫਿਰ ਫਰਮਾਉਂਦੇ ਹਨ, ਚੱਲ ਰੇ ਬੈਕੁੰਠ ਤੁਝੈ ਲੈ ਤਾਰੋਂ, ਹੇ ਮੇਰੇ ਮਨ ਰੂਪ ਘੋੜੇ ਚੱਲ, ਤੈਨੂੰ ਸਵਰਗ ਦੀਆਂ ਤਾਰੀਆਂ ਲਵਾਵਾਂ। ਚੱਲ ਤੈਨੂੰ ਉੱਚੀ ਆਤਮਿਕ ਅਵਸਥਾ ਵਿੱਚ ਲੈ ਕੇ ਚੱਲਾਂ। ਚੱਲ ਤੋਰੇ ਪੈਂਡਾ ਤੈਅ ਕਰ, ਚੰਚਲਤਾਈ ਛੱਡ, ਨਿਜ ਨੂੰ ਪਛਾਣ, ਗੁਰੂ ਦੇ ਗਿਆਨ ਨਾਲ ਜੁੜ, ਵਿਵੇਕ ਨਾਲ ਜੁੜ, ਆਪਣੇ ਆਪ ਤੇ ਕਾਬੂ ਰੱਖ, ਪਰਮੇਸ਼ਰ ਨੂੰ ਸਰਵ ਵਿਆਪਕ ਜਾਣ, ਆਪਣੀ ਅਕਲ ਬੁੱਧ ਨੂੰ ਸਥਿਰ ਰੱਖ। ਇਹ ਗੁਣ ਧਾਰਨ ਕਰ ਲੈ, ਤੈਨੂੰ ਆਤਮਿਕ ਮੰਡਲ ਦੀਆਂ ਸੈਰਾਂ ਕਰਵਾਉਂਦਾ। ਹਿੱਚੈ ਤਾਂ ਪ੍ਰੇਮ ਕੇ ਚਾਕ, ਜੇ ਤੂੰ ਝਿਜਕ ਕਰੇਗਾ ਨਾ, ਘੋੜਾ ਝਿਜਕ ਕਰੇ, ਸਲੋ ਹੋ ਜਾਏ, ਮਾਲਕ ਦੀ ਮਰਜ਼ੀ ਮੁਤਾਬਕ ਨਾ ਚੱਲੇ, ਤੇ ਉਹ ਚਾਬਕ ਦੀ ਮਾੜੀ ਜੀ ਚੋਭ ਲਾਉਂਦਾ ਤੇ ਉਹ ਫਿਰ ਚਾਲ ਫੜ ਲੈ। ਜੇ ਮਨ ਆਲਸ ਕਰੇ ਕਿਤੇ ਤੇ ਕੀ ਕਰੀਏ? ਕਹਿੰਦੇ ਨੇ ਫਿਰ ਮੈਂ ਪ੍ਰੇਮ ਦੀ ਸੱਟ ਮਾਰਾਂਗਾ। ਪ੍ਰੇਮ ਕਿਹਦਾ ਹੋਵੇ? ਵਾਹਿਗੁਰੂ ਦਾ। ਜਦੋਂ ਮਨ ਆਲਸ ਕਰੇ ਕਿ ਮੈਂ ਨਹੀਂ ਬਾਣੀ ਪੜ੍ਹ ਸਕਦਾ, ਉਦੋਂ ਮਨ 'ਚ ਪ੍ਰੇਮ ਦਾ ਉਛਾਲਾ ਉੱਠੇ, ਨਹੀਂ ਤੂੰ ਤੇ ਗੁਰੂ ਦਾ ਪਿਆਰਾ ਹੈ। ਪ੍ਰੇਮ ਦੀ ਖਿੱਚ ਪਵੇ ਅੰਦਰ ਤੇ ਆਲਸ ਨਿਕਲ ਜਾ। ਆਲਸ ਬੰਦੇ ਦਾ ਜੀ ਨਹੀਂ ਕਰਦਾ ਕਈ ਵਾਰ ਕੰਮ ਕਰਨ ਨੂੰ, ਉਹ ਕਹਿੰਦਾ ਮੇਰੇ ਤੋਂ ਨਹੀਂ ਹੁੰਦਾ। ਫਿਰ ਚੇਤਾ ਆਉਂਦਾ ਹੈ ਪਰਿਵਾਰ ਕਿਵੇਂ ਚੱਲੇਗਾ, ਬੱਚਿਆਂ ਦੀ ਲੋੜ ਕਿਵੇਂ ਪੂਰੀ ਹੋਏਗੀ। ਅੰਦਰ ਪ੍ਰੇਮ ਦਾ ਉਛਾਲਾ ਆਉਂਦਾ, ਬੰਦਾ ਕਹਿੰਦਾ ਕੋਈ ਗੱਲ ਨਹੀਂ, ਤੰਗੀ ਵੀ ਸਹਿ ਲਵਾਂ। ਕਾਹਦੇ ਲਈ ਤੰਗੀ ਸਹਿੰਦੇ ਆਪਾਂ? ਕਿਸੇ ਚੀਜ਼ ਦੀ ਖਿੱਚ ਪੈਂਦੀ ਅੰਦਰ, ਕੋਈ ਲੋੜ ਹੈ, ਕੋਈ ਸਵਾਰਥ ਹੈ, ਕਿਸੇ ਆਪਣੇ ਦੀ ਮਜਬੂਰੀ ਦੇ ਸੌਂਦੀ ਏ, ਤੇ ਬੰਦਾ ਉੱਠ ਕੇ ਤੁਰ ਪੈਂਦਾ, ਨਾ ਚਾਹੁੰਦਿਆਂ ਵੀ ਤੁਰ ਪੈਂਦਾ। ਪਰ ਵਾਹਿਗੁਰੂ ਦਾ ਪ੍ਰੇਮ ਨਿਰਾਲਾ ਹੈ। ਇਹ ਵਾਹਿਗੁਰੂ ਦਾ ਪ੍ਰੇਮ ਚਾਬਕ ਦਾ ਕੰਮ ਕਰਦਾ ਹੈ। ਮਨ ਦੀ ਚਾਲ ਜਦੋਂ ਢਿੱਲੀ ਪੈਣ ਲੱਗੀ, ਜਦੋਂ ਆਲਸ ਆਉਣ ਲੱਗਿਆ ਜੀਵਨ 'ਚ, ਜੇ ਪ੍ਰੇਮ ਹੋਇਆ ਤੇ ਆਲਸ ਉਸੇ ਵੇਲੇ ਹੀ ਖਤਮ ਹੋ ਜਾਏਗਾ ਔਰ ਉਤਸ਼ਾਹ ਬਣ ਜਾਏਗਾ। ਹਿਚੈ ਤਾਂ ਪ੍ਰੇਮ ਕੇ ਚਾਬੁਕ ਮਾਰ, ਕਹਿਤ ਕਬੀਰ ਭਲੇ ਅਸਵਾਰਾ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਭਲੇ ਹਨ ਉਹ ਸਵਾਰ, ਨੇਕ ਪੁਰਖ ਹਨ ਜਿਹੜੇ ਆਤਮਿਕ ਗਿਆਨ, ਵਿਵੇਕ, ਨਿਜ ਦੀ ਪਛਾਣ ਰੂਪ ਸਵਾਰੀ ਕਰਦੇ ਹਨ ਮਨ ਰੂਪ ਘੋੜੇ ਦੇ ਉੱਤੇ। ਵਾਹਿਗੁਰੂ ਨੂੰ ਸਰਵ ਵਿਆਪਕ ਜਾਣਨਾ, ਜਿਨ੍ਹਾਂ ਨੇ ਕਾਠੀ ਪਾਈ ਹੈ ਘੋੜੇ ਦੇ ਉੱਤੇ, ਪ੍ਰੇਮ ਦੇ ਚਾਬੁਕ ਮਾਰਦੇ ਹਨ ਆਪਣੇ ਮਨ ਦੇ ਆਲਸ ਨੂੰ ਦੂਰ ਕਰਨ ਵਾਸਤੇ। ਪ੍ਰੇਮ ਦੇ ਬੱਝੇ ਜੀਵਨ ਜੀਂਦੇ ਹਨ, ਮਜਬੂਰੀ 'ਚ ਨਹੀਂ ਜੀਂਦੇ, ਪ੍ਰੇਮ ਵਿੱਚ, ਵਿਖਾਵੇ ਵਿੱਚ ਨਹੀਂ, ਪ੍ਰੇਮ ਵਿੱਚ। ਜਿਨ੍ਹਾਂ ਨੇ ਗੁਰੂ ਦੇ ਗਿਆਨ ਦੀਆਂ ਲਗਾਮਾਂ ਕੱਸ ਲਈਆਂ ਨੇ ਇਸ ਘੋੜੇ ਦੇ ਉੱਤੇ, ਕੈਸੇ ਖੂਬਸੂਰਤ ਪ੍ਰਤੀਕ ਵਰਤ ਕੇ ਫਿਰ ਅਖੀਰ ਤੇ ਕਹਿੰਦੇ ਨੇ, ਵੇਦ ਕਤੇਬ ਤੇ ਰਹਿ ਨਿਰਾਰਾ,
ਉਹ ਅਸਵਾਰ, ਉਹ ਮੁਸਾਫਰ ਜਿਹੜੇ ਸਫ਼ਰ ਕਰ ਰਹੇ ਹਨ, ਉਹ ਵੇਦ ਤੋਂ ਵੀ ਨਿਆਰੇ ਨੇ ਤੇ ਕਤੇਬ ਤੋਂ ਵੀ ਨਿਆਰੇ। ਨਾ ਉਹ ਵੇਦਾਂ ਦੀ ਗੁਲਾਮੀ ਚੱਲਣ ਤੇ ਨਾ ਉਹ ਕਤੇਬਾਂ ਦੀ ਚੱਲਣ। ਵੇਦ ਕਤੇਬ ਸੰਸਾਰ ਹੱਬਾਂ ਹੋਂ ਬਾਹਰ। ਵੇਦ ਸ਼ਬਦ ਕਾਹਦੇ ਲਈ ਵਰਤਿਆ? ਕਰਮਕਾਂਡ ਨੂੰ ਤਿਆਗ ਦਿੰਦਾ। ਕਰਮਕਾਂਡ ਵੇਦਾਂ ਦਾ ਇੱਕ ਭਾਗ ਹੈ। ਜਦੋਂ ਵੇਦ ਸ਼ਬਦ ਇੱਥੇ ਆਇਆ ਤਾਂ ਉਹਦਾ ਮਤਲਬ ਸੀ ਕਰਮਕਾਂਡ। ਜਦੋਂ ਕਤੇਬ ਸ਼ਬਦ ਆਇਆ ਤੇ ਉਹਦਾ ਮਤਲਬ ਸੀ ਸ਼ਰੀਅਤ, ਬੰਦੇਜ਼। ਕੱਟੜਤਾਈ ਬੰਦੇਜ਼ ਵੀ ਤਿਆਗ ਦਿੱਤਾ ਤੇ ਕਰਮਕਾਂਡ ਵੀ ਤਿਆਗ ਦਿੱਤਾ। ਉਹ ਕਰਮਕਾਂਡ ਤੇ ਸ਼ਰੀਅਤ ਦੇ ਬੰਦੇਜ਼ ਤੋਂ ਉੱਪਰ ਉੱਠ ਗਏ। ਵੇਦ ਕਤੇਬ ਤੇ ਰਹਿ ਨਿਰਾਰਾ। ਉਹ ਡਿਪੈਂਡ ਨਹੀਂ ਹੋਏ ਨਾ ਕਰਮਕਾਂਡ ਤੇ ਨਾ ਸ਼ਰੀਅਤ ਦੀ ਪਾਬੰਦੀ। ਦੋਨਾਂ ਚੀਜ਼ਾਂ ਤੋਂ ਮੁਕਤ ਹੋ ਕੇ ਉਹ ਵਾਹਿਗੁਰੂ ਦੇ ਪਿਆਰ ਵਿੱਚ ਉੱਚਾ ਆਤਮਿਕ ਜੀਵਨ ਜੀਂਦੇ ਹਨ। ਅਸੀਂ ਆਪਣੀ ਭਲੀ ਲੋਕ ਬਣਾ ਕੇ ਰੱਖਦੇ ਹਾਂ ਕਰਮਕਾਂਡ ਦੇ ਆਸਰੇ ਤੇ, ਸ਼ਰੀਅਤ ਦੀ ਪਾਬੰਦੀ ਦੇ ਆਸਰੇ ਦੇ ਉੱਤੇ। ਪਰ ਵਾਹਿਗੁਰੂ ਦੇ ਪਿਆਰ ਵਾਲੇ ਭਲੇ ਕਿਉਂ ਹਨ? ਉਹ ਪ੍ਰੇਮ ਵਿੱਚ ਜੀਂਦੇ ਨੇ। ਸਾਡੇ ਥਿੜਕਣ ਦੀ ਸਦਾ ਸੰਭਾਵਨਾ ਹੁੰਦੀ ਹੈ, ਉਹਨਾਂ ਦੇ ਥਿੜਕਣ ਦੀ ਕਦੇ ਸੰਭਾਵਨਾ ਨਹੀਂ ਹੁੰਦੀ। ਗਰੀਬ ਨਵਾਜ਼ ਮਿਹਰ ਕਰਨ। ਸ਼ਬਦ ਦਾ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ਼ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ